ਦ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਨੀਤ। ਤੇ ਦੋਸਤੋ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡੇ ਪਸੰਦੀਦਾ ਪ੍ਰੋਗਰਾਮ ਗਲੋਬ ਸਕੈਨ ਵਿੱਚ। ਤੁਹਾਨੂੰ ਪਤਾ ਹੀ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦੇਸ਼ ਦੁਨੀਆ ਦੇ ਤਾਜ਼ਾ ਤਰੀਨ ਖਬਰਾਂ ਤੇ ਉਹਨਾਂ ਦੀ ਸਮੀਖਿਆ ਦੇ ਨਾਲ ਅਕਸਰ ਤੁਹਾਡੀ ਬਰੂਹਾਂ ਤੇ ਦਿੰਦੇ ਹਾਂ ਦਸਤ ਤੇ ਸਾਡੇ ਨਾਲ ਸਾਡਾ ਸਾਥ ਦਿੰਦੇ ਨੇ ਮਿਸਟਰ ਮਨਬੀਰ ਸਿੰਘ ਖਹਿਰਾ। ਤੁਸੀਂ ਖਹਿਰਾ ਸਾਹਿਬ ਨੂੰ ਅਕਸਰ ਦੇਖਦੇ ਹੋ ਤੇ ਪਸੰਦ ਕਰਦੇ ਹੋ ਔਰ ਇਹਨਾਂ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਾਫੀ ਸਾਰੇ ਪ੍ਰੋਗਰਾਮਸ ਪ੍ਰਚਲਿਤ ਨੇ ਜੋ ਆਡੀਅנס ਵੱਲੋਂ ਵਿਊਅਰਸ ਵੱਲੋਂ ਕਾਫੀ ਪਸੰਦ ਕੀਤੇ ਜਾਂਦੇ ਨੇ। ਖਹਿਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ। ਧੰਨਵਾਦ ਗੁਰਨੀਤ ਜੀ ਔਰ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਖਹਿਰਾ ਸਾਹਿਬ, ਸੁਪਰੀਮ ਕੋਰਟ ਦੀ ਸਟੇਟਮੈਂਟ ਆਈ ਹੈ ਕਿ ਜੇਕਰ ਨੋਟਾਂ ਨੂੰ ਮਿਲਣ ਸਭ ਤੋਂ ਜ਼ਿਆਦਾ ਵੋਟਾਂ ਤਾਂ ਰੱਦ ਕਰ ਦੇਣੀਆਂ ਚਾਹੀਦੀਆਂ ਨੇ ਚੋਣਾਂ। ਗੁਰਨੀਤ ਜੀ ਇੱਕ ਬਹੁਤ ਹੀ ਵੱਡਾ ਇੱਕ ਸੁਪਰੀਮ ਕੋਰਟ ਦਾ ਫੈਸਲਾ, ਸੁਪਰੀਮ ਕੋਰਟ ਵੱਲੋਂ ਇੱਕ ਡਾਇਰੈਕਸ਼ਨ ਜੋ ਚੋਣ ਕਮਿਸ਼ਨ ਨੂੰ ਔਰ ਕੇਂਦਰ ਸਰਕਾਰ ਨੂੰ ਦਿੱਤੀ ਗਈ ਹੈ, ਇਹ ਨੋਟਾਂ ਦੇ ਬਾਰੇ ਹੈ ਜੀ। ਨੋਟਾ ਇੱਕ ਅਜਿਹਾ ਇੱਕ ਪਲੇਟਫਾਰਮ ਪ੍ਰੋਵਾਈਡ ਕੀਤਾ ਗਿਆ ਸੀਗਾ ਇਲੈਕਸ਼ਨ ਕਮਿਸ਼ਨ ਵੱਲੋਂ, ਇੱਕ ਜਿਹੜੇ ਆਪਣੇ ਚੋਣਕਾਰ ਨੇ ਜਾਂ ਸਾਡੇ ਵੋਟਰਸ ਨੇ ਉਹਨਾਂ ਦੇ ਵਾਸਤੇ ਇੱਕ ਦਿੱਤਾ ਗਿਆ ਸੀ 1999 'ਚ 1999 'ਚ ਇਹ ਇੱਕ ਐਡੀਸ਼ਨ ਕੀਤੀ ਗਈ ਸੀਗੀ EVMs ਦੇ ਵਿੱਚ, ਜਿਹੜਾ ਇੱਕ ਬਟਨ ਦੀ ਆਪਸ਼ਨ ਦਿੱਤੀ ਗਈ ਸੀ ਨੋਟਾ, ਜਿਹਦਾ ਮਤਲਬ ਹੈ ਨਨ ਆਫ ਦਾ ਅਬਵ ਜੀ। ਜਦੋਂ ਇੱਕ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਜਾਂ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰਦੇ ਨੇ, ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਨੇ ਲੋਕਾਂ ਦਾ ਰਿਪਰੈਜ਼ੈਂਟੇਟਿਵ ਬਣਨ ਵਾਸਤੇ, ਲੋਕਾਂ ਦਾ ਇੱਕ ਵਰਡਿਕਟ ਲੈਣ ਵਾਸਤੇ, ਲੋਕਾਂ ਦਾ ਇੱਕ ਫੈਸਲਾ ਲੈਣ ਵਾਸਤੇ, ਜਦੋਂ ਮੈਦਾਨ ਵਿੱਚ ਨਿੱਤਰਦੇ ਨੇ ਤੇ ਉਹ ਲੋਕਾਂ ਦੇ ਵਿੱਚ ਇੱਕ ਆਪਸ਼ਨ ਸੀਗੀ ਕਿ ਬਸ ਇਹਨਾਂ ਦੇ ਵਿੱਚੋਂ ਆਪਾਂ ਨੂੰ ਚੁਣਨਾ ਪੈਣਾ। ਉਹ ਲੋਕਾਂ ਦੇ ਮਨ ਕੋਈ ਚੜ੍ਹਦਾ ਉਮੀਦਵਾਰ ਜਾਂ ਨਹੀਂ ਚੜ੍ਹਦਾ, ਲੋਕਾਂ ਦੇ ਵਾਸਤੇ ਹੋਰ ਕੋਈ ਆਪਸ਼ਨ ਨਹੀਂ ਰਹਿ ਜਾਂਦੀ। ਲੋਕਾਂ ਵਾਸਤੇ ਸਿਰਫ ਤੇ ਸਿਰਫ ਇਹ ਹੀ ਰਹਿ ਜਾਂਦਾ ਕਿ ਜਿਹੜੇ ਅਵੇਲੇਬਲ ਜਿਹੜੇ ਉਹਨਾਂ ਕੋਲ ਉਮੀਦਵਾਰ ਹੈਗੇ ਨੇ ਉਹਨਾਂ ਦੇ ਵਿੱਚੋਂ ਹੀ ਇੱਕ ਉਹਨਾਂ ਨੂੰ ਆਪਣਾ ਨੁਮਾਇੰਦਾ ਚੁਣਨਾ ਪਊਗਾ ਜੀ। ਪਰ ਇਹਦੇ ਵਿੱਚ ਇੱਕ ਵੱਖਰਾ ਫੀਚਰ ਜਿਹੜਾ ਐਡ ਆਨ ਕੀਤਾ ਇਲੈਕਸ਼ਨ ਕਮਿਸ਼ਨ ਨੇ 1999 ਦੇ ਵਿੱਚ, ਨਨ ਆਫ ਦਾ ਅਬਵ। ਜੇ ਵੋਟਰ ਚਾਹੇ ਤੇ ਉਹ ਸਾਰੇ ਉਮੀਦਵਾਰਾਂ ਨੂੰ ਰੱਦ ਕਰ ਸਕਦਾ, ਉਹ ਆਪਣਾ ਫੈਸਲਾ ਇਹ ਦੇ ਸਕਦਾ ਕਿ ਮੈਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਉਮੀਦਵਾਰ ਪਸੰਦ ਨਹੀਂ ਆ। ਜਿਸ ਤਰ੍ਹਾਂ ਸਾਡੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਵੇਖਣ ਨੂੰ ਆਇਆ ਕਿ ਕਈ ਵਾਰੀ ਕਈ ਉਮੀਦਵਾਰ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੋਈ ਅਪਰਾਧਿਕ ਮੁਕੱਦਮੇ ਵੀ ਦਰਜ ਹੁੰਦੇ ਆ, ਉਹਨਾਂ ਦੇ ਉੱਤੇ ਵੱਖ-ਵੱਖ ਜਿਹੜੀਆਂ ਧਾਰਾਵਾਂ ਦੇ ਤਹਿਤ ਮੁਕੱਦਮੇ ਦਰਜ ਨੇ ਤੇ ਉਹਨਾਂ ਦੇ ਜਿਹੜੇ ਚਰਿੱਤਰ ਦੇ ਉੱਤੇ ਵੀ ਕਈ ਤਰ੍ਹਾਂ ਦੇ ਕੁਐਸਚਨ ਮਾਰਕ ਲੱਗਦੇ ਨੇ। ਪਰ ਫਿਰ ਉੱਥੇ ਉਹਨਾਂ ਕੋਲ ਆਪਸ਼ਨ ਕੋਈ ਰਹਿ ਨਹੀਂ ਸੀ ਜਾਂਦੀ ਵੋਟਰਸ ਕੋਲ ਕਿ ਉਹ ਉਹਨਾਂ ਦੇ ਵਿੱਚੋਂ ਚੁਣਨ ਜਾਂ ਕੀ ਕਰਨ, ਜਾਂ ਉਹ ਇਹ ਆਪਟ ਕਰਦੇ ਵੀ ਆਪਾਂ ਵੋਟ ਹੀ ਨਾ ਪਾਉਣ ਜਾਈਏ। ਪਰ ਇਹ ਇੱਕ ਵੱਖਰਾ ਅਧਿਕਾਰ ਜਿਹੜਾ ਵੋਟਰ ਨੂੰ ਦੇ ਦਿੱਤਾ ਗਿਆ ਕਿ ਜੇ ਉਹ ਚਾਹਣ ਤੇ ਉਹ ਹਰ ਇੱਕ ਉਮੀਦਵਾਰ ਨੂੰ ਰੱਦ ਕਰ ਸਕਦੇ ਕਿ ਨਹੀਂ ਮੈਨੂੰ ਇਹ ਨੁਮਾਇੰਦਾ ਨਹੀਂ ਚਾਹੀਦਾ ਜੀ। ਪਰ ਖਹਿਰਾ ਸਾਹਿਬ, ਤੁਸੀਂ ਕੀ ਸਮਝਦੇ ਹੋ ਕਿ ਜੋ ਸੁਪਰੀਮ ਕੋਰਟ ਦੀ ਸਟੇਟਮੈਂਟ ਆਈ ਹੈ ਕਿ ਨੋਟਾ ਜੇਕਰ ਲੋਕ ਦਬਾਉਂਦੇ ਨੇ ਔਰ ਜ਼ਿਆਦਾ ਸੰਖਿਆ ਦੇ ਵਿੱਚ ਆਉਂਦਾ ਤੇ ਚੋਣਾਂ ਦੁਬਾਰਾ ਕਰਾਈਆਂ ਜਾਣੀਆਂ ਚਾਹੀਦੀਆਂ ਨੇ, ਤੇ ਇਸ ਤੋਂ ਉਲਟ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਉਮੀਦਵਾਰਾਂ ਦੀ ਸਿਲੈਕਸ਼ਨ ਵੱਲ ਧਿਆਨ ਦੇਣਾ ਚਾਹੀਦਾ? ਗੁਰਨੀਤ ਜੀ, ਜਿਹੜੀ ਇਹ ਸੁਪਰੀਮ ਕੋਰਟ ਨੇ ਹੁਣੇ ਡਾਇਰੈਕਸ਼ਨ ਇਸ਼ੂ ਕੀਤੀ ਆ ਕੇਂਦਰ ਸਰਕਾਰ ਨੂੰ ਔਰ ਚੋਣ ਕਮਿਸ਼ਨ ਨੂੰ, ਇਹ ਇੱਕ ਬੜਾ ਅਗਾਂਹ ਵਧੂ ਕਦਮ ਆ। ਉਸ ਡਾਇਰੈਕਸ਼ਨ ਦੇ ਵਿੱਚ ਇਹਨਾਂ ਨੇ ਇਹ ਦਿੱਤਾ ਕਿ ਉਹ ਜੇ ਉਹ ਇੱਕ ਸਰਟਨ ਪਰਸੈਂਟੇਜ ਆਫ ਵੋਟਰਸ ਉਹ ਨੋਟਾਂ ਨੂੰ ਆਪਟ ਕਰਦੇ ਆ, ਉਹ ਚਾਹੁੰਦੇ ਆ ਕਿ ਹਾਂ ਇਹ ਕੋਈ ਵੀ ਉਮੀਦਵਾਰ ਸਾਡੇ ਜਿਹੜਾ ਸਾਡਾ ਸਕੇਲ ਆ ਉਹਦੇ ਉੱਤੇ ਖਰਾ ਨਹੀਂ ਉਤਰਦਾ ਜੀ, ਇਹ ਸਾਡੀਆਂ ਉਮੀਦਾਂ ਦੇ ਉੱਤੇ ਖਰਾ ਨਹੀਂ ਉਤਰਦਾ ਤੇ ਅਸੀਂ ਇਹਨਾਂ ਨੂੰ ਇਹ ਅਧਿਕਾਰ ਰੱਖਦੇ ਹਾਂ ਕਿ ਇਹਨਾਂ ਨੇ ਸਾਰੇ ਜਿੰਨੇ ਵੀ ਉਮੀਦਵਾਰ ਇਹਨਾਂ ਨੂੰ ਰਿਜੈਕਟ ਕੀਤਾ ਜਾਵੇ। ਜੇ ਉਹ ਉਮੀਦਵਾਰ ਪੂਰੇ ਦੇ ਪੂਰੇ ਰਿਜੈਕਟ ਕਰ ਦਿੱਤੇ ਜਾਂਦੇ ਆ ਤੇ ਸੁਪਰੀਮ ਕੋਰਟ ਵੱਲੋਂ ਡਾਇਰੈਕਸ਼ਨ ਆ ਕਿ ਜਿਹੜਾ ਚੋਣ ਦਾ ਸਿਸਟਮ ਆ ਉਹਨੂੰ ਦੁਬਾਰਾ ਕੀਤਾ ਜਾਵੇ ਔਰ ਜਿਹੜੇ ਉਮੀਦਵਾਰ ਜਿਹੜੇ ਆਲਰੇਡੀ ਰੱਦ ਕਰ ਦਿੱਤੇ ਗਏ ਆ ਵੋਟਰਸ ਵੱਲੋਂ, ਉਹਨਾਂ ਦੀ ਥਾਂ ਦੇ ਉੱਤੇ ਨਵੇਂ ਉਮੀਦਵਾਰ ਜਿਹੜੇ ਆ ਚੋਣ ਮੈਦਾਨ ਵਿੱਚ ਉਤਾਰੇ ਜਾਣ ਤੇ ਜਿਹੜਾ ਵੋਟਰ ਆ ਉਹਨੂੰ ਇਹ ਅਧਿਕਾਰ ਹੋਵੇ ਕਿ ਉਹ ਨਵੇਂ ਉਮੀਦਵਾਰਾਂ ਦੇ ਵਿੱਚੋਂ ਆਪਣਾ ਮਨਪਸੰਦ ਨੁਮਾਇੰਦਾ ਚੁਣਿਆ ਜਾ ਸਕੇ। ਪਰ ਇਹਦੇ ਵਿੱਚ ਕਾਫੀ ਪ੍ਰੋਬਲਮਸ ਵੀ ਆ ਸਕਦੀਆਂ ਜੀ। ਜਦੋਂ ਇੱਕ ਵਾਰੀ ਉਹ ਸਾਰੇ ਉਮੀਦਵਾਰ ਜਿਹੜੇ ਆ ਰਿਜੈਕਟ ਕਰ ਦਿੰਦੇ ਆ ਵੋਟਰਸ, ਕਿ ਕਈ ਵਾਰੀ ਇਹ ਵੀ ਹੋ ਸਕਦਾ ਕਿ ਦੁਬਾਰਾ ਵੀ ਉਹ ਹੀ ਰਿਜੈਕਟ ਹੋ ਜਾਣ ਤੇ ਕਈ ਜਿਹੜੀਆਂ ਪਾਰਲੀਮੈਂਟ ਦੀਆਂ ਸੀਟਸ ਆ ਜਾਂ ਅਸੈਂਬਲੀ ਦੀਆਂ ਸੀਟਸ ਆ ਉਹ ਖਾਲੀ ਰਹਿ ਜਾਣ। ਇਹ ਵੀ ਸੁਪਰੀਮ ਕੋਰਟ ਦੇ ਜੱਜ ਸਾਹਿਬ ਦੇ ਕੋਲ ਮੁੱਦਾ ਉਠਾਇਆ ਗਿਆ, ਸੁਪਰੀਮ ਕੋਰਟ ਦੇ ਜੱਜ ਸਾਹਿਬ ਵੱਲੋਂ ਇਹ ਵਿਚਾਰਿਆ ਗਿਆ ਔਰ ਉਹ ਬੜਾ ਸੋਚ ਵਿਚਾਰ ਕੇ ਜੱਜ ਸਾਹਿਬ ਨੇ ਬੜਾ ਸੂਝਵਾਨ ਤਰੀਕੇ ਨਾਲ ਇਹ ਫੈਸਲਾ ਜਿਹੜਾ ਦਿੱਤਾ ਕਿ ਹਾਂ ਜੇ ਉਹ ਸਾਨੂੰ ਦੁਬਾਰਾ ਵੀ ਇਸ ਸਾਰੇ ਜਿਹੜੇ ਸਿਸਟਮ ਨੂੰ ਅਡਾਪਟ ਕਰਨਾ ਪੈਂਦਾ, ਦੁਬਾਰਾ ਉਸ ਸਾਰੇ ਸਿਸਟਮ ਦੇ ਵਿੱਚੋਂ ਨਿਕਲਣਾ ਪੈਂਦਾ, ਦੁਬਾਰਾ ਸਾਰੀ ਜਿਹੜੀ ਚੋਣ ਪ੍ਰਕਿਰਿਆ ਕਰਨੀ ਪੈਂਦੀ ਹੈ ਤੇ ਕੋਈ ਵੀ ਵੱਡੀ ਗੱਲ ਨਹੀਂ, ਪਰ ਇਹ ਵੋਟਰ ਨੂੰ ਅਧਿਕਾਰ ਹੋਣਾ ਚਾਹੀਦਾ ਕਿ ਉਹ ਆਪਣਾ ਮਨਪਸੰਦ ਨੁਮਾਇੰਦਾ ਚੁਣ ਸਕੇ ਜੀ। ਹਾਂ, ਪਰ ਜਿਹੜੀ ਗੱਲ ਤੁਸੀਂ ਕੀਤੀ ਆ ਔਰ ਉਹ ਬਹੁਤ, ਜਿਸ ਤਰ੍ਹਾਂ ਹੁਣ ਆਪਾਂ ਵੈਸਟਰਨ ਕੰਟਰੀਜ਼ ਦੇ ਵਿੱਚ ਵੇਖਦੇ ਹਾਂ ਜਿਹੜਾ ਸਿਸਟਮ ਆ, ਸਾਡੇ ਉੱਤੇ ਜਦੋਂ ਜਿਹੜੀ ਵੀ ਕੋਈ ਪੋਲੀਟੀਕਲ ਪਾਰਟੀ ਆ ਉਹ ਇੱਕ ਉਮੀਦਵਾਰ ਆਪਣਾ ਫੋਰਸ ਕਰ ਦਿੰਦੀ ਹੈ ਕਿ ਹਾਂ ਮੇਰਾ ਉਮੀਦਵਾਰ ਇਹੀ ਹੋਊਗਾ ਜੀ, ਇਹ ABCZ ਜੋ ਵੀ ਆ ਇਹ ਸਾਡਾ ਤੁਹਾਡਾ ਉਮੀਦਵਾਰ ਹੋਊਗਾ, ਤੁਹਾਨੂੰ ਇਹਨੂੰ ਚੁਣਨਾ ਪਊਗਾ। ਪਰ ਜਿਹੜਾ ਇੱਕ ਪ੍ਰਕਿਰਿਆ ਨੋਮੀਨੇਸ਼ਨ ਦੀ ਪ੍ਰਕਿਰਿਆ ਆ,
ਇੱਕ ਜਦੋਂ ਆਪਣਾ ਨੁਮਾਇੰਦਾ ਆਪਾਂ ਚੁਣਨਾ ਆ, ਕਿਸੇ ਪੋਲੀਟੀਕਲ ਪਾਰਟੀ ਨੇ ਵੀ ਆਪਣਾ ਨੁਮਾਇੰਦਾ ਜਿਹੜਾ ਚੋਣ ਮੈਦਾਨ 'ਚ ਉਤਾਰਨਾ ਆ, ਉਹਨੂੰ ਵੀ ਜਿਹੜੇ ਉਸ ਏਰੀਏ ਦੇ ਲੋਕ ਨੇ ਜਾਂ ਉਸ ਪਾਰਟੀ ਦੇ ਜਿਹੜੇ ਵਰਕਰਸ ਨੇ ਉਹਨਾਂ ਵੱਲੋਂ ਨੋਮੀਨੇਟ ਕੀਤਾ ਜਾਵੇ। ਉਹਨਾਂ ਨੂੰ ਵੀ ਪਹਿਲਾਂ ਚੋਣ ਦੇ ਇੱਕ ਪ੍ਰਕਿਰਿਆ ਦੇ ਵਿੱਚੋਂ ਨਿਕਲ ਕੇ, ਜੇ ਫਰਜ਼ ਕਰੋ ਇੱਕ ਪਾਰਟੀ ਦੇ ਵਿੱਚ ਟਿਕਟ ਲੈਣ ਦੇ ਚਾਹਵਾਨ 4 ਬੰਦੇ ਆ, ਉਹਨਾਂ 4 ਬੰਦਿਆਂ ਨੂੰ ਪਹਿਲਾਂ ਵੋਟਿੰਗ ਸਿਸਟਮ ਦੇ ਵਿੱਚੋਂ ਲੰਘਣਾ ਪਵੇ। ਉਹਨਾਂ ਦੀ ਇੱਕ ਨੋਮੀਨੇਸ਼ਨ ਦੀ ਪ੍ਰਕਿਰਿਆ, ਜਿਸ ਤਰ੍ਹਾਂ ਵੈਸਟਰਨ ਕੰਟਰੀਜ਼ ਦੇ ਵਿੱਚ ਆਪਾਂ ਵੇਖਦੇ ਹਾਂ, ਕੋਈ ਵੀ ਪੋਲੀਟੀਕਲ ਪਾਰਟੀ ਆ ਉਹਦੇ ਵਿੱਚ ਉਹਨੂੰ ਆਪਣਾ ਜਿਹੜਾ ਨੁਮਾਇੰਦਾ ਕਰਦੇ ਆ, ਉਤਾਰਦੇ ਆ ਚੋਣ ਮੈਦਾਨ ਦੇ ਵਿੱਚ, ਔਰ ਜਿਹੜੇ ਉਹਦੇ ਪਾਰਟੀ ਦੇ ਵਰਕਰਸ ਆ, ਪਾਰਟੀ ਦੇ ਜਿਹੜੇ ਨੋਮੀਨੇਸ਼ਨ ਕਰਨ ਦਾ ਜਿਨ੍ਹਾਂ ਨੂੰ ਅਧਿਕਾਰ ਆ, ਉਹ ਵੋਟਿੰਗ ਕਰਕੇ ਉਹ ਆਪਣਾ ਨੁਮਾਇੰਦਾ ਨੋਮੀਨੇਟ ਕਰਦੇ, ਔਰ ਉਹੀ ਜਿਹੜਾ ਆ ਚੋਣ ਪ੍ਰਕਿਰਿਆ ਦੇ ਵਿੱਚ ਉਤਰੂਗਾ, ਉਹੀ ਉਸ ਪਾਰਟੀ ਦਾ ਜਿਹੜਾ ਨੁਮਾਇੰਦਾ ਹੋਊਗਾ। ਪਰ ਜਿੱਥੇ ਜਿਹੜੇ ਵੈਸਟਰਨ ਕੰਟਰੀਜ਼ ਨੇ ਜਾਂ ਡਿਵੈਲਪਡ ਕੰਟਰੀਜ਼ ਨੇ, ਉੱਥੇ ਮੋਸਟਲੀ 1 ਜਾਂ 2 ਜਾਂ 3 ਜਿਹੜੀਆਂ ਰਾਜਸੀ ਪਾਰਟੀਆਂ ਆ, ਜਿਹੜੀਆਂ ਮੇਨ ਪਾਰਟੀਜ਼ ਆ, ਉਹ ਜਿਹੜਾ ਚੋਣਾਂ ਦਾ ਕੰਟੈਸਟ ਆ ਉਹਨਾਂ ਪਾਰਟੀ ਦੇ ਵਿੱਚ ਹੁੰਦੀਆਂ। ਪਰ ਸਾਡੇ ਜਿਹੜੇ ਕੰਟਰੀ ਦੇ ਵਿੱਚ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਆ ਜੀ। ਕੋਈ ਵੀ ਜਿਹੜੀ ਇੱਕ ਖਾਸ ਚੋਣ ਪ੍ਰਕਿਰਿਆ ਦੇ ਵਿੱਚੋਂ ਨਿਕਲ ਕੇ ਕੋਈ ਵੀ ਪਾਰਟੀ ਜਾਂ ਇੱਕ ਲੋਕਾਂ ਦਾ ਇੱਕ ਸਮੂਹ ਜਾਂ ਇੱਕ ਗਰੁੱਪ ਜਿਹੜਾ ਆ ਆਪਣੀ ਇੱਕ ਵੱਖਰੀ ਜਿਹੜੀ ਪੋਲੀਟੀਕਲ ਪਾਰਟੀ ਆ ਚੋਣ ਕਮਿਸ਼ਨ ਕੋਲ ਰਜਿਸਟਰ ਕਰਵਾ ਸਕਦਾ ਤੇ ਆਪਣੇ ਨੁਮਾਇੰਦੇ ਜਿਹੜੇ ਆ ਚੋਣ ਪ੍ਰਕਿਰਿਆ ਦੇ ਵਿੱਚ ਉਤਾਰ ਸਕਦਾ। ਸੋ ਪਰ ਇਹ ਬਹੁਤ ਸਾਰੇ ਚੋਣ ਸੁਧਾਰਾਂ ਦੀ ਲੋੜ ਆ ਆਉਣ ਵਾਸਤੇ, ਜਿਹਦੇ ਨਾਲ ਆਪਾਂ ਇੱਕ ਚੰਗਾ ਜਿਹੜਾ ਡੈਮੋਕ੍ਰੈਟਿਕ ਸਿਸਟਮ ਆ ਉਹਨੂੰ ਲੋਕਾਂ ਦੇ ਵਿੱਚ ਦੇ ਸਕੀਏ। ਲੋਕਾਂ ਦੀ ਜਿਹੜੀ ਇੱਕ ਗਵਰਨਮੈਂਟ ਆ, ਲੋਕਾਂ ਦੇ ਵਾਸਤੇ ਗਵਰਨਮੈਂਟ ਆ, ਉਹ ਸਹੀ ਮਾਇਨਿਆਂ 'ਚ ਲੋਕਾਂ ਦੀ ਗਵਰਨਮੈਂਟ ਬਣ ਸਕੇ। ਇਸ ਕਰਕੇ ਬਹੁਤ ਸਾਰੇ ਚੋਣ ਸੁਧਾਰਾਂ ਦੀ ਲੋੜ ਆ, ਔਰ ਉਹ ਚੋਣ ਸੁਧਾਰ ਸਾਨੂੰ ਸਾਰਿਆਂ ਨੂੰ ਆਪਸ 'ਚ, ਸਾਰੀਆਂ ਪੋਲੀਟੀਕਲ ਪਾਰਟੀਜ਼ ਨੂੰ, ਸਾਰੇ ਵੋਟਰਸ ਨੂੰ ਆਪ ਮਿਲ ਕੇ ਇੱਕ ਪਲੇਟਫਾਰਮ ਦੇ ਉੱਤੇ ਵਿਚਾਰ ਕਰਕੇ ਉਹ ਚੋਣ ਸੁਧਾਰ ਕਰਕੇ ਉਹ ਸਾਂਝਾ ਇੱਕ ਸਿਸਟਮ ਅਡਾਪਟ ਕਰਨਾ ਚਾਹੀਦਾ, ਤਾਂ ਜੋ ਜਿਹੜੇ ਇੱਕ ਆਪਾਂ ਚੰਗੀ ਗਵਰਨੈਂਸ ਦੇ ਸਕੀਏ, ਲੋਕਾਂ ਨੂੰ ਇੱਕ ਚੰਗਾ ਸਰਕਾਰ ਦਾ ਸਿਸਟਮ ਦੇ ਸਕੀਏ, ਇੱਕ ਚੰਗੀ ਸਰਕਾਰ ਲੋਕਾਂ ਦੁਆਰਾ ਚੁਣੀ ਹੋਈ ਜਿਹੜੀ ਆ, ਔਰ ਉਹ ਸਾਡੇ ਦੇਸ਼ ਦੀ ਔਰ ਸਮਾਜ ਦੀ ਸਥਿਤੀ ਨੂੰ ਸੁਧਾਰਨ ਦੇ ਕਾਬਲ ਹੋ ਸਕੇ। ਜੀ ਬਿਲਕੁਲ ਖਹਿਰਾ ਸਾਹਿਬ, ਅਗਲੀ ਖਬਰ ਵੱਲ ਨੂੰ ਰੁਕ ਕਰਦੇ ਹਾਂ। ਅਗਲੀ ਖਬਰ ਜਿਹੜੀ ਹੈ ਉਹ ਅਮਰੀਕਾ ਦੇ ਕੈਲੀਫੋਰਨੀਆ ਲਾਸ ਐਂਜਲਸ ਤੋਂ ਹੈ, ਜਿੱਥੇ ਬੀਮੇ ਦੀ ਰਕਮ ਦੇ ਲਈ ਪਿਤਾ ਨੇ ਆਪਣੇ ਪੁੱਤਰਾਂ ਦਾ ਕਤਲ ਕਰ ਦਿੱਤਾ ਔਰ ਅਦਾਲਤ ਵੱਲੋਂ 212 ਸਾਲਾਂ ਦੀ ਦਿੱਤੀ ਗਈ ਹੈ ਸਜ਼ਾ। ਅਗਨੀ ਜੀ, ਇੱਕ ਬਹੁਤ ਹੀ ਹਿਰਦੇ ਨੂੰ ਵਲੂੰਦਰਨ ਵਾਲੀ, ਇੱਕ ਬਹੁਤ ਹੀ ਮੈਂ ਸਮਝਦਾ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਸਾਹਮਣੇ ਆਈ ਆ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੇ ਵਿੱਚ, ਜਿੱਥੇ ਇੱਕ ਪਿਤਾ ਨੇ ਆਪਣੇ 2 ਸਕੇ ਪੁੱਤਰਾਂ ਨੂੰ ਸਿਰਫ ਤੇ ਸਿਰਫ ਪੈਸੇ ਦੀ ਖਾਤਰ ਮੌਤ ਦੇ ਘਾਟ ਉਤਾਰ ਦਿੱਤਾ ਜੀ। ਔਰ ਰਿਸ਼ਤਿਆਂ ਦਾ ਘਾਣ, ਇਨਸਾਨੀਅਤ ਦਾ ਘਾਣ, ਇਸ ਤੋਂ ਜ਼ਿਆਦਾ ਮੈਂ ਨਹੀਂ ਸਮਝਦਾ ਵੀ ਹੋ ਸਕਦਾ ਆ ਕਿ ਆਪਾਂ ਇਨਸਾਨੀ ਰਿਸ਼ਤੇ ਤੋਂ ਇੱਕ ਜਿਹੜਾ ਪੁੱਤਰ ਹੁੰਦਾ ਆ, ਇੱਕ ਆਪਣਾ ਬੱਚਾ ਆ ਜਿਹੜਾ, ਉਹ ਇੱਕ ਪਿਤਾ ਵਾਸਤੇ ਇੱਕ ਉਹਦਾ ਜਿਹੜਾ ਭਵਿੱਖ ਹੁੰਦਾ ਆ, ਉਹਦੀ ਇੱਕ ਭਵਿੱਖ ਦੀ ਪੂੰਜੀ ਹੁੰਦੀ ਆ। ਜਿਹੜੇ ਮਟੀਰੀਅਲਸ ਆ ਜਾਂ ਪੈਸਾ ਆ ਉਹ ਪਤਾ ਨਹੀਂ ਕਿੰਨੇ ਵਧਣਾ। ਜੇ ਪਿਤਾ ਨੇ ਆਪਣੇ ਪੁੱਤਰ ਮਾਰ ਦਿੱਤੇ, ਪਿਤਾ ਨੂੰ ਆਪਣੀ ਉਮਰ ਦਾ ਨਹੀਂ ਪਤਾ, ਉਹਨੂੰ ਆਪਣੇ ਫਿਊਚਰ ਦਾ ਇਹ ਨਹੀਂ ਸੀ ਪਤਾ ਕਿ ਮੇਰੇ ਨਾਲ ਗਾਂ ਕੀ ਬਣਨਾ। ਜਿਹੜੀ ਹੁਣ ਅਦਾਲਤ ਵੱਲੋਂ ਉਹਨੂੰ 212 ਸਾਲ ਦੀ ਸਜ਼ਾ ਦਿੱਤੀ ਗਈ ਆ, ਦੈਟ ਮੀਨਸ ਕਿ ਉਹਨੂੰ ਜਿਹੜੀ ਰਹਿੰਦੀ ਉਮਰ ਆ ਉਹਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਪਊਗਾ, ਔਰ ਜਿਹੜਾ ਆਖਰੀ ਸਾਹ ਆ ਉਹਦਾ ਜੇਲ੍ਹ ਦੇ ਵਿੱਚ ਨਿਕਲੂਗਾ ਉਹਦਾ। ਔਰ ਉਹਨੇ ਤਕਰੀਬਨ ਜਿਹੜਾ ਆ $30 ਮਿਲੀਅਨ ਦਾ ਬੀਮਾ ਆਪਣੇ ਪਰਿਵਾਰ ਦਾ ਕਰਾਇਆ ਸੀਗਾ, ਜਿਹਦੇ ਵਿੱਚ ਉਹਦੇ ਬੱਚੇ ਤੇ ਉਹਦੀ ਪਤਨੀ ਵੀ ਸ਼ਾਮਲ ਸੀਗੀ। ਉਹਨੇ ਆਪਣੇ ਬੱਚਿਆਂ ਨੂੰ ਤੇ ਡੁਬੋ ਕੇ ਮਾਰ ਦਿੱਤਾ ਔਰ ਆਪਣੀ ਪਤਨੀ ਦੇ ਉੱਤੇ ਵੀ ਕਾਤਲਾਨਾ ਹਮਲਾ ਕੀਤਾ, ਔਰ ਜਿਹੜੀ ਕੁਦਰਤ ਵੱਲੋਂ ਉਹਦੀ ਵਧੀ ਸੀਗੀ ਤੇ ਉਹਦੀ ਪਤਨੀ ਬਚ ਗਈ ਜੀ। ਪਰ ਉਹਦੇ ਬੱਚਿਆਂ ਦੀ ਕਿਸਮਤ ਇੰਨੀ ਅੱਛੀ ਨਹੀਂ ਸੀਗੀ, ਉਹਨਾਂ ਵਿਚਾਰਿਆਂ ਨੂੰ ਜਿਹੜੀ ਆ ਮੌਤ ਨੂੰ ਗਲੇ ਲਗਾਉਣਾ ਪਿਆ। ਔਰ ਇਹ ਮੈਂ ਸਮਝਦਾ ਕਿ ਇਸ ਦੇ ਤੋਂ ਸਾਡੇ ਸਮਾਜ ਨੂੰ ਸੇਧ ਲੈਣ ਦੀ ਲੋੜ ਆ। ਆਪਾਂ ਸੋਚਦੇ ਕੁਛ ਆ, ਹੁੰਦਾ ਕੁਛ ਆ, ਬੰਦਾ ਕਿੰਨਾ ਇੱਕ ਅੰਨ੍ਹੇਵਾਹ ਮਟੀਰੀਅਲਿਜ਼ਮ ਦੀ ਦੌੜ 'ਚ, ਪਦਾਰਥਵਾਦ ਦੀ ਦੌੜ ਦੇ ਵਿੱਚ ਦੌੜਿਆ ਫਿਰਦਾ, ਆਪਣੇ ਖੂਨ ਦੇ ਰਿਸ਼ਤਿਆਂ ਨੂੰ ਹੀ ਤਾਰ-ਤਾਰ ਕਰ ਦਿੰਦਾ। ਪਰ ਅਲਟੀਮੇਟਲੀ ਇਹਦਾ ਰਿਜ਼ਲਟ ਕੀ ਆ? ਜੇ ਉਹਨੇ $30 ਮਿਲੀਅਨ ਲੈਣ ਵਾਸਤੇ ਐਡੀ ਵੱਡੀ ਸਾਜ਼ਿਸ਼ ਘੜੀ, ਕੀ ਉਹ $30 ਮਿਲੀਅਨ ਉਹਨੂੰ ਮਿਲ ਗਏ? ਜੇ ਉਹਨੂੰ ਉਹ $30 ਮਿਲੀਅਨ ਮਿਲ ਵੀ ਜਾਂਦੇ ਤੇ ਕੀ ਉਸ $30 ਮਿਲੀਅਨ ਨਾਲ ਉਹ ਕੀ ਕਰਦਾ ਜਦੋਂ ਉਹਦਾ ਪਰਿਵਾਰ ਹੀ ਨਹੀਂ ਸੀ ਰਿਹਾ, ਜਦੋਂ ਉਹਦੇ ਪੁੱਤਰ ਹੀ ਨਹੀਂ? ਜੇ ਆਪਾਂ ਆਪਣੇ ਸੋਸਾਇਟੀ ਦੇ ਵਿੱਚ, ਆਪਣੇ ਕਲਚਰ ਦੇ ਵਿੱਚ ਵੇਖੀਏ ਤੇ ਇਨਸਾਨ ਕਮਾਉਂਦਾ ਆਪਣੇ ਭਵਿੱਖ ਲਈ ਆ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕਮਾਉਂਦਾ ਆ। ਜੇ ਇੰਨੀ ਅਥਾਹ ਦੌਲਤ $30 ਮਿਲੀਅਨ ਜਿਹੜੇ ਆ, ਇੱਕ ਅਥਾਹ ਦੌਲਤ, ਉਹ ਕਾਹਦੇ ਵਾਸਤੇ ਆ? ਇਨਸਾਨ ਦੀ ਜ਼ਿੰਦਗੀ ਇੱਕ ਲਿਮਟਿਡ ਆ, ਇਨਸਾਨ ਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਇਨਸਾਨੀ ਜ਼ਿੰਦਗੀ ਬਹੁਤ ਅਨਸਰਟਨ ਆ, ਸਾਨੂੰ ਅਗਲੀ ਮੂਮੈਂਟ ਦਾ ਵੀ ਨਹੀਂ ਪਤਾ ਵੀ ਸਾਡੇ ਨਾਲ ਕੀ ਹੋਣ ਜਾ ਰਿਹਾ, ਸਾਡੇ ਨਾਲ ਕੀ ਵਾਪਰਨ ਜਾ ਰਿਹਾ ਆ। ਇਸ ਕਰਕੇ ਆਪਾਂ ਬਜਾਏ ਇਹਦੇ ਕਿ ਅਸੀਂ ਚੰਗੇ ਕਰਮ ਕਰੀਏ, ਅਸੀਂ ਕਿਸੇ ਦਾ ਦਿਲ ਨਾ ਦਿਖਾਈਏ, ਕਿਸੇ ਨੂੰ ਹਰਟ ਨਾ ਕਰੀਏ, ਔਰ ਅਸੀਂ ਆਪਣੇ ਖੂਨ ਦੇ ਰਿਸ਼ਤਿਆਂ ਨੂੰ ਹਰਟ ਕਰਨ ਲਈ
ਪਦਾਰਥਵਾਦੀ ਪਹੁੰਚ ਰੱਖ ਕੇ ਤੁਰ ਪਏ ਆ ਜੀ। ਤੇ ਇਹ ਸਾਡੇ ਸਮਾਜ ਨੂੰ ਕਿੱਧਰ ਲੈ ਕੇ ਜਾਊਗਾ? ਇਹ ਇੱਕ ਖਤਰੇ ਦੀ ਘੰਟੀ ਆ ਜਿਹੜੀ ਸਾਡੇ ਵਾਸਤੇ, ਸਾਡੇ ਸਮਾਜ ਵਾਸਤੇ ਜਿਹੜੀ ਵੱਜੀ ਆ। ਇਸ ਸਮਾਜ ਨੂੰ, ਸਾਡੇ ਨੂੰ ਔਰ ਸਾਡੇ ਸਮੁੱਚੀ ਇਨਸਾਨੀਅਤ ਨੂੰ ਇਹ ਤੋਂ ਸੇਧ ਲੈਣ ਦੀ ਲੋੜ ਆ ਕਿ ਕੀ ਅਸੀਂ ਇੰਨੇ ਗੁਲਾਮ ਹੋ ਚੁੱਕੇ ਹਾਂ ਪਦਾਰਥਵਾਦ ਦੇ, ਕਿ ਇੰਨੇ ਹੀ ਅਸੀਂ ਮਟੀਰੀਅਲਿਜ਼ਮ ਦੇ ਗੁਲਾਮ ਹੋ ਗਏ ਹਾਂ, ਜਾਂ ਪੈਸੇ ਦੇ ਨੇ ਸਾਨੂੰ ਇੰਨਾ ਕਿ ਜਕੜ ਲਿਆ ਸ਼ਿਕੰਜੇ ਦੇ ਵਿੱਚ ਕਿ ਅਸੀਂ ਆਪਣੇ ਇਨਸਾਨੀ ਰਿਸ਼ਤਿਆਂ ਤੱਕ ਵੀ ਭੁੱਲ ਗਏ ਹਾਂ ਜੀ। ਔਰ ਉਸ ਇਨਸਾਨ ਦੀ ਤੁਸੀਂ ਮੈਂਟੈਲਿਟੀ ਵੇਖੋ, ਸਾਈਕੋਲੋਜੀ ਉਹਦੀ ਕੀ ਕਹਿੰਦੀ ਆ। ਉਹਨੂੰ ਜਦੋਂ ਸਜ਼ਾ ਹੋਣ ਤੋਂ ਬਾਅਦ ਪੁੱਛਿਆ ਗਿਆ, ਉਹਨੂੰ ਕੋਈ ਇਹਦੇ ਬਾਰੇ ਰਿਗਰੈਟ ਨਹੀਂ ਸੀਗਾ ਕਿ ਮੈਂ ਆਪਣੇ ਬੱਚਿਆਂ ਦਾ ਕਤਲ ਕਰ ਦਿੱਤਾ ਜੀ। ਉਹਨੂੰ ਕੋਈ ਇਸ ਦੇ ਵਾਸਤੇ ਸ਼ਰਮਿੰਦਗੀ ਮਹਿਸੂਸ ਨਹੀਂ ਸੀ ਹੋ ਰਹੀ। ਉਹਨੂੰ ਰਿਗਰੈਟ ਇਸ ਚੀਜ਼ ਦਾ ਸੀਗਾ ਕਿ ਮੇਰੀ ਸਾਜ਼ਿਸ਼ ਬੇਨਕਾਬ ਹੋ ਗਈ ਜੀ, ਮੇਰੀ ਸਾਜ਼ਿਸ਼ ਐਕਸਪੋਜ਼ ਹੋ ਗਈ, ਮੈਂ ਫੜਿਆ ਕਿਉਂ ਗਿਆ। ਇਹ ਇੱਕ ਹਿਊਮਨ ਮੈਂਟੈਲਿਟੀ ਦਾ ਇੱਕ ਅਜੀਬ ਪਹਿਲੂ ਸਾਹਮਣੇ ਆ ਰਿਹਾ, ਇੱਕ ਡਿਫਰੈਂਟ ਟਾਈਪ ਦੀ ਸਾਈਕੋਲੋਜੀ ਸਾਹਮਣੇ ਆ ਰਹੀ ਆ, ਜਿਹਦੇ ਬਾਰੇ ਸਾਡੇ ਜਿਹੜੇ ਸਮੁੱਚੇ ਸਮਾਜ ਨੂੰ ਇੱਕ ਸਾਈਕੋ ਐਨਾਲਿਸਿਸ ਕਰਨ ਦੀ ਲੋੜ ਆ। ਬਿਲਕੁਲ। ਜਿਹੜੇ ਇਹੋ ਜਿਹੇ ਅਪਰਾਧੀ ਪ੍ਰਵਿਰਤੀ ਦੇ ਲੋਕ ਆ, ਉਹਨਾਂ ਦਾ ਇੱਕ ਐਨਾਲਿਸਿਸ ਕਰਕੇ, ਉਹਨਾਂ ਦੇ ਉੱਤੇ ਰਿਸਰਚ ਕਰਕੇ, ਗਾਂਹ ਵਾਸਤੇ ਆਪਣੀਆਂ ਨਸਲਾਂ ਨੂੰ ਸੁਧਾਰਨ ਲਈ, ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਚੰਗੀ ਸੇਧ ਦੇਣ ਵਾਸਤੇ ਇੱਕ ਬਹੁਤ ਜ਼ਿਆਦਾ ਸਾਨੂੰ ਕੰਮ ਕਰਨ ਦੀ, ਖੋਜ ਕਰਨ ਦੀ ਲੋੜ ਆ ਅਤੇ ਇੱਕ ਸਮਾਜ ਨੂੰ ਚੰਗੀ ਸੇਧ ਦੇਣ ਦੀ ਲੋੜ ਆ ਜੀ। ਖਹਿਰਾ ਸਾਹਿਬ, ਜੋ ਅਗਲੀ ਖਬਰ ਹੈ ਉਹ ਇੱਕ ਫੋਰਕਾਸਟ ਤੇ ਆਧਾਰਿਤ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ 2021 ਜਿਹੜਾ ਚੱਲ ਰਿਹਾ ਹੈ, ਫੂਡ ਇਨਫਲੇਸ਼ਨ ਜਿਹੜੀ ਹੈ ਉਹ ਹੋਏਗੀ। ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਉਹਨਾਂ ਦੇ ਰੇਟਸ ਦੇ ਵਿੱਚ ਖਾਸ ਕਰ ਇਜ਼ਾਫਾ ਹੋਏਗਾ। ਔਰ ਅਸੀਂ ਦੇਖਦੇ ਹਾਂ ਕਿ ਅਸੀਂ ਜ਼ੋਮੈਟੋ ਤੋਂ ਕੁਝ ਆਰਡਰ ਕਰਦੇ ਹਾਂ ਜਾਂ ਆਨਲਾਈਨ ਜੋ ਫੂਡ ਡਿਲੀਵਰੀ ਦੇ ਜੋ ਚੈਨਲਸ ਹੈਗੇ ਉਹਨਾਂ ਤੋਂ ਆਰਡਰ ਕਰਦੇ ਹਾਂ, ਤਾਂ ਸਪੋਜ਼ ਕਿ 150 ਰੁਪਏ ਦਾ ਕੋਈ ਮੀਲ ਹੈ ਜਾਂ ਕੋਈ ਕੰਬੋ ਸਾਨੂੰ ਮਿਲ ਰਿਹਾ ਔਰ ਸਾਡੇ ਤੱਕ ਪਹੁੰਚਦੇ ਉਹ 250 ਦਾ ਹੋ ਜਾਂਦਾ, ਜਿਹਦੇ ਵਿੱਚ ਉਹ ਟਿਪ ਵੀ ਇਨਕਲੂਡ ਕਰ ਦਿੰਦੇ ਆ, ਟੈਕਸ ਵੀ ਇਨਕਲੂਡ ਕਰ ਦਿੰਦੇ ਆ। ਔਰ ਇੰਨਾ ਹੀ ਨਹੀਂ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਖਾਣ ਪੀਣ ਦੀਆਂ ਜਿਹੜੀਆਂ ਵਸਤੂਆਂ ਨੇ ਉਹ ਮਹਿੰਗਾਈ ਜਿਹੜੀ ਹੈ ਉਹ ਦੇਖਣ ਵਿੱਚ ਸਾਹਮਣੇ ਆਏਗੀ। ਗੁਰਨੀਤ ਜੀ, ਇਹ ਇੱਕ ਬੜੀ ਹੀ ਖਤਰੇ ਦੀ ਘੰਟੀ ਆ ਜਿਹੜੀ ਸਾਹਮਣੇ ਸਾਡੇ ਆ ਰਹੀ ਆ, ਜਿਹੜੀ ਇੱਕ ਸਾਡੀ ਸੁਸਾਇਟੀ ਨੂੰ, ਸਾਡੇ ਗਰੀਬ ਲੋਕਾਂ ਨੂੰ, ਮੈਂ ਸਮਝਦਾ ਕਿ ਇੱਕ ਇਹਨਾਂ ਨੂੰ ਮਾਰ ਦੇਣ ਵਾਲਾ ਕਦਮ ਹੋਊਗੀ। ਔਰ ਜਿਹੜੀ ਇਹ ਇੱਕ ਹੁਣੇ ਰੀਸੈਂਟ ਰਿਸਰਚ ਸਾਹਮਣੇ ਆਈ ਆ, ਜਿਸ ਤਰ੍ਹਾਂ ਆਪਾਂ ਪਹਿਲਾਂ ਹੀ ਸਾਡੀ ਜਿਹੜੀ ਸੁਸਾਇਟੀ ਆ, ਜਿਹੜੇ ਸਾਡੇ ਲੋਕ ਆ ਬੜੇ ਦਬਾਏ ਹੋਏ ਆ ਮਹਿੰਗਾਈ ਦੇ। ਮਹਿੰਗਾਈ ਪੈਰ ਪੈਰ ਵੱਧ ਰਹੀ ਆ ਔਰ ਇਨਕਮ ਜਿਹੜੀ ਆ ਉਸ ਢੰਗ ਨਾਲ ਨਹੀਂ ਵੱਧ ਰਹੀ ਜਿਸ ਹਿਸਾਬ ਨਾਲ ਮਹਿੰਗਾਈ ਵੱਧ ਰਹੀ ਆ। ਜੇ ਆਪਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹੀ ਲੈ ਲਈਏ, ਔਰ ਪੈਟਰੋਲ ਦੇ ਤੇ ਡੀਜ਼ਲ ਦੀਆਂ ਕੀਮਤਾਂ ਦੇ ਨਾਲ ਬਾਕੀ ਕੀਮਤਾਂ ਵੀ ਜਿਹੜੀਆਂ ਉਹਦੇ ਨਾਲ ਹੀ ਵੇਰੀ ਕਰਦੀਆਂ ਜੀ, ਔਰ ਉਹ ਮਹਿੰਗਾਈ ਪੈਰ ਦਰ ਪੈਰ ਵਧੀ ਜਾ ਰਹੀ ਆ। ਹੁਣ ਜੇ ਆਪਾਂ ਰੋਜ਼ਮਰਾ ਦੀਆਂ ਚੀਜ਼ਾਂ ਦੀ ਗੱਲ ਕਰਦੇ ਸੀ, ਆਪਾਂ ਕੱਪੜੇ, ਜੁੱਤੇ, ਸ਼ੂਜ਼ ਜਾਂ ਆਪਣਾ ਇਲੈਕਟ੍ਰੋਨਿਕ ਗੈਜਟਸ, ਉਹ ਤੇ ਆਲਰੇਡੀ ਮਹਿੰਗੇ ਹੋ ਚੁੱਕੇ ਆ, ਬਹੁਤ ਮਹਿੰਗਾਈ ਵੱਧ ਰਹੀ ਆ, ਪਰ ਉਹ ਲੋਕਾਂ ਨੂੰ ਇੰਨੇ ਅਜੇ ਬੋਦਰ ਨਹੀਂ ਹੋ ਰਹੇ ਲੋਕਾਂ ਸਾਹਮਣੇ। ਪਰ ਜਿਹੜੀ ਆਉਣ ਵਾਲੀ ਜਿਹੜੀ ਆਪਾਂ ਜਿਹੜਾ ਐਕਸਪੈਕਟ ਕਰ ਰਹੇ ਹਾਂ ਕਿ ਖਾਣ ਪੀਣ ਦੀਆਂ ਚੀਜ਼ਾਂ ਸਾਡੇ ਘੱਟ ਤੋਂ ਘੱਟ ਵੀ 25 ਤੋਂ 30% ਮਹਿੰਗੀਆਂ ਹੋਣ ਜਾ ਰਹੀਆਂ ਵਿਦਨ 2-3 ਮੰਥਸ, ਜਿਹੜੀ ਇੱਕ ਰੀਸੈਂਟ ਰਿਸਰਚ ਇਹ ਦਾਅਵਾ ਕਰਦੀ ਆ। ਉਹਦੇ ਨਾਲ ਜਿਹੜੀਆਂ ਖਾਣ ਪੀਣ ਦੀਆਂ ਉਹ ਕਿਉਂ ਕਿ ਜਿਹੜੀ ਪ੍ਰੋਡਕਸ਼ਨ ਆ ਉਹਦੀ ਉਹ ਘਟ ਰਹੀ ਆ, ਪ੍ਰੋਡਕਸ਼ਨ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਆ ਉਹ ਵੱਧ ਰਹੀ ਆ। ਜਦੋਂ ਕਾਸਟ ਆਫ ਪ੍ਰੋਡਕਸ਼ਨ ਵੱਧ ਰਹੀ ਆ ਤੇ ਪ੍ਰੋਡਕਸ਼ਨ ਜਿਹੜੀ ਆ ਉਹ ਘਟ ਰਹੀ ਆ, ਤੇ ਬਿਟ ਆਲਵੇਜ਼ ਇੱਕ ਨੈਚੁਰਲ ਚੀਜ਼ ਆ ਕਿ ਉਹ ਖਾਣ ਪੀਣ ਦੀਆਂ ਚੀਜ਼ਾਂ ਦੀ ਜਿਹੜੀ ਕੀਮਤ ਆ ਉਹ ਵਧੂਗੀ। ਔਰ ਉਹ ਇਹ ਐਕਸਪੈਕਟ ਕੀਤਾ ਜਾ ਰਿਹਾ ਕਿ ਜਿਹੜੀ ਖਾਣ ਪੀਣ ਦੀਆਂ ਚੀਜ਼ਾਂ ਆ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਣਗੀਆਂ ਜੀ। ਔਰ ਇਹਦਾ ਇਹ ਵੀ ਹੈ ਕਿ ਜਿਸ ਤਰ੍ਹਾਂ ਟੈਕਨੋਲੋਜੀ ਐਡਵਾਂਸ ਹੋ ਰਹੀ ਹੈ, ਜਿਸ ਤਰ੍ਹਾਂ ਤੁਸੀਂ ਜ਼ੋਮੈਟੋ ਦੀ ਗੱਲ ਕੀਤੀ ਆ ਜਾਂ ਆਨਲਾਈਨ ਡਿਲੀਵਰੀਜ਼ ਦੀ ਗੱਲ ਕੀਤੀ ਆ, ਔਰ ਇਹ ਇੱਕ ਬ੍ਰਾਂਡਸ ਦੀ ਗੱਲ ਕੀਤੀ ਆ, ਲੋਕ ਜ਼ਿਆਦਾ ਬ੍ਰਾਂਡ ਵੱਲ ਨੂੰ ਦੌੜ ਰਹੇ ਆ ਬਜਾਏ ਇਹਦੇ ਕੁਆਲਿਟੀ ਦੇ, ਉਹ ਬ੍ਰਾਂਡਸ ਵੱਲ ਨੂੰ ਜ਼ਿਆਦਾ ਪ੍ਰੈਫਰ ਕਰ ਰਹੇ ਆ। ਔਰ ਉਹ ਜਿਹੜਾ ਬ੍ਰਾਂਡ ਦਾ ਖਰਚਾ, ਜਿਹੜਾ ਐਡਵਰਟਾਈਜ਼ਮੈਂਟ ਦਾ ਜਾਂ ਡਿਲੀਵਰੀ ਬॉयਜ਼ ਦਾ ਖਰਚਾ, ਉਹ ਸਾਰਾ ਜਿਹੜਾ ਆ ਉਹ ਉਪਭੋਗਤਾ ਦੇ ਉੱਤੇ ਹੀ ਪੈਣਾ ਜੀ। ਉਪਭੋਗਤਾ ਦੇ ਉੱਤੇ ਹਰ ਤਰ੍ਹਾਂ ਦਾ ਖਰਚਾ, ਐਡਵਰਟਾਈਜ਼ਮੈਂਟ ਦਾ ਵੀ ਖਰਚਾ ਉਹਦੇ ਉੱਤੇ ਪੈ ਰਿਹਾ, ਉਹਦੇ ਤੇ ਤੁਹਾਡੀ ਡਿਲੀਵਰੀ ਦਾ ਵੀ ਖਰਚਾ ਪੈ ਰਿਹਾ, ਉਹਦੇ ਉੱਤੇ ਤੁਹਾਡੀ ਜਿਹੜੀ ਆ ਪ੍ਰੋਡਕਸ਼ਨ ਦਾ ਵੀ ਖਰਚਾ, ਉਹਦੇ ਤੇ ਸਾਰਾ ਉਪਭੋਗਤਾ ਦੇ ਸਿਰ ਦੇ ਉੱਤੇ ਪੈ ਰਿਹਾ। ਔਰ ਇਹ ਖਰਚੇ ਜਿਹੜੇ ਆ ਦਿਨ ਬ ਦਿਨ ਪੈਰ ਦਰ ਪੈਰ ਵੱਧ ਰਹੇ ਆ, ਔਰ ਉਹ ਜਿਹੜੇ ਓਵਰਆਲ ਆ ਜਿਹੜੇ ਆ ਕੰਜ਼ਿਊਮਰ ਨੂੰ ਇਫੈਕਟ ਕਰਨਗੇ, ਉਹ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਨਗੇ। ਔਰ ਕੀਮਤਾਂ ਜਿਹੜੀਆਂ ਆ ਉਹ ਇੱਕ ਕਾਫੀ ਹੱਦ ਤੱਕ 25 ਤੋਂ 30% ਤੱਕ ਵਧਣ ਦਾ ਇਜ਼ਾਫਾ ਕੀਮਤਾਂ ਵਿੱਚ ਹੋਣ ਦਾ ਆਪਾਂ ਐਕਸਪੈਕਟੇਸ਼ਨ ਕਰ ਰਹੇ ਹਾਂ, ਜਿਨ੍ਹਾਂ ਨੂੰ ਹੁਣੇ ਕੰਟਰੋਲ ਕਰਨ ਦੀ ਲੋੜ ਆ। ਇਹ ਕੀ ਸਮਝਦੇ ਹੋ ਕਿ ਜੋ ਚਿਕਨ ਦੀਆਂ ਪ੍ਰਾਈਸਿਸ ਨੇ ਉਹ ਕਹਿੰਦੇ ਵੀ ਸਭ ਤੋਂ ਜ਼ਿਆਦਾ ਵਧਣ ਦਾ ਖਰਚਾ ਹੈ, ਔਰ ਕਰੋਨਾ ਕਰਕੇ ਕਿਉਂਕਿ ਇਸ ਇੰਡਸਟਰੀ ਨੂੰ ਕਾਫੀ ਮਾਰ ਪੈ ਗਈ ਸੀ। ਚਿਕਨ ਦੀਆਂ ਕੀਮਤਾਂ ਗੁਰਨੀਤ ਜੀ ਥੋੜੇ ਦਿਨਾਂ ਦੇ ਵਿੱਚ ਹੀ 18 ਤੋਂ 20% ਆਲਰੇਡੀ ਵੱਧ ਚੁੱਕੀਆਂ ਜੀ।
ਔਰ ਜਿਨ੍ਹਾਂ ਨੂੰ 10 ਤੋਂ 15% ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧਣ ਦੀ ਆਸ ਕਰ ਰਹੇ ਹਾਂ। ਕਰੋਨਾ ਦੇ ਦੌਰਾਨ ਜਦੋਂ ਜਾਂ ਪਿੱਛੇ ਆ ਹੁਣੇ ਬਰਡ ਫਲੂ ਦਾ ਇੱਕ ਫੇਜ਼ ਨਿਕਲ ਕੇ ਹਟਿਆ ਜੀ, ਉਹਦੇ ਵਿੱਚ ਵੀ ਜਿਹੜੇ ਪੋਲਟਰੀ ਫਾਰਮਰ ਸੀਗੇ ਉਹਨਾਂ ਨੂੰ ਕਾਫੀ ਘਾਟਾ ਪਿਆ। ਜਿਹੜੀ ਉਹਨਾਂ ਦੀ ਪ੍ਰੋਡਕਸ਼ਨ ਆ ਉਹ ਕਾਫੀ ਹੱਦ ਤੱਕ ਹਾਰਮ ਹੋਈ ਆ। ਉਹ ਜਿਹੜੀ ਪ੍ਰੋਡਕਸ਼ਨ ਜਿਹੜੀ ਆਪਾਂ ਜੇ ਉਹ 100% ਸੀਗੀ ਤੇ ਉਹ ਘਟ ਕੇ 50% ਦੇ ਉੱਤੇ ਆ ਗਈ ਆ ਜੀ। ਹੁਣ ਜਦੋਂ ਪ੍ਰੋਡਕਸ਼ਨ ਘਟੀ ਜਾਊਗੀ ਚਿਕਨ ਦੀਆਂ, ਪੋਲਟਰੀ ਦੀਆਂ ਔਰ ਈਵਨ ਐਗਸ ਦੀਆਂ ਜਿਹੜੀਆਂ ਪ੍ਰਾਈਸਿਸ ਆ ਉਹ ਵੀ 15 ਤੋਂ 20% ਵੱਧ ਚੁੱਕੀਆਂ ਆਲਰੇਡੀ, ਔਰ ਇਹਨਾਂ ਨੂੰ ਹੋਰ ਵਧਣ ਦਾ ਆਪਾਂ ਅੰਦੇਸ਼ਾ ਰੱਖਦੇ ਹਾਂ ਜੀ। ਔਰ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਪ੍ਰੋਡਕਸ਼ਨ ਨੂੰ ਵਧਾਉਣਾ ਪਊਗਾ ਔਰ ਕੁਆਲਿਟੀ ਦੀ ਪ੍ਰੋਡਕਸ਼ਨ ਜਿਹੜੀ ਆ ਉਹ ਲਿਆਉਣੀ ਔਰ ਉਹਨਾਂ ਨੂੰ ਪ੍ਰੋਡਿਊਸ ਕਰਨਾ ਜਿਹੜਾ। ਔਰ ਇਹਦੇ ਵਿੱਚ ਮੈਂ ਸਮਝਦਾ ਕਿ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਇਹ ਤੋਂ ਵੱਧ ਲਾਹਾ ਲੈ ਸਕਦੇ ਆ ਰਵਾਇਤੀ ਖੇਤੀ ਦੇ ਢੰਗਾਂ ਨੂੰ ਔਰ ਰਵਾਇਤੀ ਖੇਤੀ ਨੂੰ ਛੱਡ ਕੇ ਉਹ ਜਿਹੜੇ ਇਹ ਪੋਲਟਰੀ ਨੂੰ, ਮੀਟ ਪ੍ਰੋਡਕਸ਼ਨ ਨੂੰ ਐਜ਼ ਅ ਸਹਾਇਕ ਧੰਦਾ ਉਹ ਅਡਾਪਟ ਕਰ ਸਕਦੇ ਔਰ ਆਪਣੀ ਆਮਦਨ 'ਚ ਵਾਧਾ ਕਰ ਸਕਦੇ ਆ। ਆਮਦਨ 'ਚ ਵਾਧਾ ਕਰਨ ਦੇ ਨਾਲ ਜਿਹੜੀਆਂ ਉਹ ਪ੍ਰਾਈਸਿਸ ਨੂੰ ਵੀ ਕੰਟਰੋਲ ਕਰ ਸਕਦੇ ਆ, ਤਾਂ ਕਿ ਜਿਹੜਾ ਸਾਡਾ ਆਮ ਜਿਹੜਾ ਕੰਜ਼ਿਊਮਰ ਆ, ਜਿਹੜਾ ਪਹਿਲਾਂ ਹੀ ਮਹਿੰਗਾਈ ਦੇ ਬੋਝ ਥੱਲੇ ਬੁਰੀ ਤਰ੍ਹਾਂ ਦੱਬਿਆ ਹੋਇਆ ਆ, ਉਹਨੂੰ ਇੱਕ ਕੰਟਰੋਲਡ ਪ੍ਰਾਈਸ ਦੇ ਵਿੱਚ ਚੰਗਾ ਜਿਹੜਾ ਪ੍ਰੋਡਕਟ ਆ ਉਹ ਖਾਣ ਨੂੰ ਮਿਲ ਸਕੇ। ਕਿਉਂਕਿ ਇਹ ਇੱਕ ਕੁਆਲਿਟੀ ਹੋਣੀ ਬਹੁਤ ਜ਼ਰੂਰੀ ਆ। ਕੰਟਰੋਲਡ ਪ੍ਰਾਈਸ ਦੇ ਨਾਲ ਜਿਹੜੀ ਫੂਡ ਦੀ ਕੁਆਲਿਟੀ ਆ ਉਹ ਬਹੁਤ ਜ਼ਰੂਰੀ ਆ, ਕਿਉਂਕਿ ਜਿਹੜੀ ਸਾਡੇ ਵਿੱਚ ਬਿਮਾਰੀਆਂ ਵੱਧ ਰਹੀਆਂ। ਜੇ ਆਪਾਂ ਆਪਣੇ ਪੰਜਾਬ ਦੀ ਗੱਲ ਹੀ ਕਰੀਏ, ਪੰਜਾਬ ਦੇ ਵਿੱਚ ਕਈ ਖਿੱਤੇ ਇਹੋ ਜਿਹੇ ਆ ਜਿੱਥੇ ਕੈਂਸਰ ਦੀ ਬਹੁਤ ਮਾਰੂ ਸਟੇਜ ਦੇ ਉੱਤੇ ਆ। ਆਪਾਂ ਕਰੋਨਾ ਦਾ ਨਾਲੋਂ ਵੀ ਭਿਆਨਕ ਜਿਹੜਾ ਆ ਫੇਜ਼ ਆ ਕੈਂਸਰ ਦਾ ਚੱਲ ਰਿਹਾ। ਕਈ ਮੈਂ ਪਿੰਡਾਂ ਦੇ ਪਿੰਡ ਵੇਖੇ ਮਾਲਵਾ ਖੇਤਰ ਦੇ ਵਿੱਚ ਜਿੱਥੇ ਕੈਂਸਰ ਹਰ ਘਰ ਦੇ ਵਿੱਚ ਇੱਕ ਅੱਧਾ ਮਰੀਜ਼ ਜਿਹੜਾ ਕੈਂਸਰ ਦਾ ਹੈਗਾ। ਉਹ ਸਾਰੀ ਫੂਡ ਅਡਲਟ੍ਰੇਸ਼ਨ, ਵਾਟਰ ਦੀ ਕੰਟੈਮੀਨੇਸ਼ਨ ਦੇ ਨਾਲ ਆ। ਸਾਡੇ ਜਿਹੜੇ ਕਿਸਾਨ ਵੀਰਾਂ ਨੂੰ ਸਾਹਮਣੇ ਆਉਣਾ ਚਾਹੀਦਾ, ਅੱਗੇ ਆਉਣਾ ਚਾਹੀਦਾ, ਕੁਆਲਿਟੀ ਪ੍ਰੋਡਕਸ਼ਨ ਕਰਨੀ ਚਾਹੀਦੀ ਆ। ਉਹਨਾਂ ਨੂੰ ਆਇਲ ਸੀਡਸ ਦੀ ਪ੍ਰੋਡਕਸ਼ਨ ਕਰਨੀ ਚਾਹੀਦੀ ਆ, ਦਾਲਾਂ ਦੀ ਪ੍ਰੋਡਕਸ਼ਨ ਕਰਨੀ ਚਾਹੀਦੀ ਆ, ਸਬਜ਼ੀਆਂ ਦੀ ਪ੍ਰੋਡਕਸ਼ਨ ਕਰਨੀ ਚਾਹੀਦੀ ਆ। ਔਰ ਜਿਹੜੀਆਂ ਸਬਜ਼ੀਆਂ ਔਰ ਦਾਲਾਂ ਦੀ ਪ੍ਰੋਡਕਸ਼ਨ ਇਹੋ ਜਿਹੀ ਹੋਣੀ ਚਾਹੀਦੀ ਵੀ ਉਹ ਜ਼ਹਿਰ ਰਹਿਤ ਹੋਵੇ, ਉਹ ਪੈਸਟੀਸਾਈਡ, ਵੀਡੀਸਾਈਡ, ਇਨਸੈਕਟੀਸਾਈਡ ਤੋਂ ਅਲੱਗਾ ਹੋਵੇ। ਜਿਹੜੀ ਪੋਲਟਰੀ ਵੀ ਇੱਕ ਹੈਲਦੀ ਪੋਲਟਰੀ ਉਹਨਾਂ ਨੂੰ ਪ੍ਰੋਡਿਊਸ ਕਰਨੀ ਚਾਹੀਦੀ ਆ, ਜਿਹਦੇ ਵਿੱਚ ਕੋਈ ਵੀ ਜ਼ਿਆਦਾ ਜਿਹੜੇ ਉਹਨਾਂ ਨੂੰ ਇੰਜੈਕਸ਼ਨਸ ਨਾ ਦਿੱਤੇ ਜਾਣ, ਕੋਈ ਜ਼ਿਆਦਾ ਉਹਨਾਂ ਨੂੰ ਜ਼ਹਿਰਾਂ ਦੀ ਵਰਤੋਂ ਨਾ ਕੀਤੀ ਜਾਵੇ, ਉਹਨਾਂ ਨੂੰ ਕੋਈ ਗਰੋਥ ਹਾਰਮੋਨਸ ਨਾ ਦਿੱਤੇ ਜਾਣ। ਉਹ ਇਸੇ ਤਰ੍ਹਾਂ ਆਪਾਂ ਮੀਟ ਦੀ ਪ੍ਰੋਡਕਸ਼ਨ ਕਰ ਸਕਦੇ ਹਾਂ। ਸੋ ਮੇਰੀ ਕਿਸਾਨ ਵੀਰਾਂ ਨੂੰ ਵੀ ਬੇਨਤੀ ਆ ਕਿ ਉਹ ਅੱਗੇ ਆਉਣ ਅਤੇ ਜ਼ਿਆਦਾ ਖਾਣ ਪੀਣ ਦੀਆਂ ਚੀਜ਼ਾਂ ਦੀ ਪ੍ਰੋਡਕਸ਼ਨ ਕਰਨ ਦੇ ਵਿੱਚ ਆਪਣਾ ਹੱਥ ਵਟਾਉਣ। ਜੀ, ਤੁਸੀਂ ਬੜੇ ਹੀ ਬਾਕਮਾਲ ਤਰੀਕੇ ਦੇ ਨਾਲ ਔਰ ਬਹੁਤ ਹੀ ਨੋਟਿਸੇਬਲ ਪੁਆਇੰਟ ਜਿਹੜਾ ਉਹ ਮੁੱਦਾ ਜਿਹੜਾ ਉਹ ਚੁੱਕਿਆ ਖਹਿਰਾ ਸਾਹਿਬ। ਔਰ ਅਗਲਾ ਜੋ ਮੁੱਦਾ ਜੋ ਸੁਰਖੀਆਂ ਬਟੋਰ ਹੈ ਉਹ ਹੈ ਨਰੇਸ਼ ਯਾਦਵ ਦੀ ਬਰੀ ਦੇ ਰਿਗਾਰਡਿੰਗ, ਜੋ ਸੰਗਰੂਰ ਦੀ ਅਦਾਲਤ ਨੇ ਉਹਨਾਂ ਨੂੰ ਬਰੀ ਕਰ ਦਿੱਤਾ। 2016 ਦੇ ਵਿੱਚ ਮਲੇਰਕੋਟਲਾ ਦੇ ਵਿੱਚ ਜੋ ਕੁਰਾਨ ਸ਼ਰੀਫ ਦਾ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ, ਕੀ ਕਹੋਗੇ ਕਿ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ? ਗੁਰਨੀਤ ਜੀ, ਮੈਂ ਸਮਝਦਾ ਕਿ ਇੱਕ ਅਦਾਲਤ ਨੇ ਇੱਕ ਜਸਟਿਸ ਡਿਲੀਵਰ ਕੀਤਾ ਜੀ। ਇਹ ਇੱਕ ਜਿਹੜਾ ਵਿਕਟਮ ਸੀਗਾ ਜਿਹਨੂੰ ਇੱਕ ਕੇਸ ਦੇ ਵਿੱਚ ਇੰਪਲੀਮੈਂਟ ਕੀਤਾ ਗਿਆ ਸੀਗਾ ਜੀ। ਔਰ ਮੇਰੇ ਖਿਆਲ ਕਿ ਜਦੋਂ ਉਹਨਾਂ ਨੂੰ ਇਸ ਕੇਸ ਦੇ ਵਿੱਚ ਫਸਾਇਆ ਗਿਆ ਸੀਗਾ ਜਾਂ ਉਹਨਾਂ ਦੇ ਉੱਤੇ FIR ਦਰਜ ਕੀਤੀ, ਉਦੋਂ ਵੀ ਕੋਈ ਸੋਲਿਡ ਸਬੂਤ ਨਹੀਂ ਸੀਗੇ ਜੀ। ਔਰ ਉਦੋਂ ਵੀ ਇਹ ਬੜਾ ਇੱਕ ਕੰਟਰੋਵਰਸ਼ੀਅਲ ਮੁੱਦਾ ਸੀਗਾ ਕਿ ਇੱਕ ਧਰਮ ਗ੍ਰੰਥ ਦੀ ਬੇਅਦਬੀ ਕੀਤੀ ਗਈ ਜੀ। ਉਹਦੇ ਪਵਿੱਤਰ ਜਿਹੜੇ ਅੰਗ ਸੀਗੇ ਉਹਨਾਂ ਨੂੰ ਫਾੜਿਆ ਅਤੇ ਖਿਲਾਰਿਆ ਗਿਆ, ਜਿਹਦੇ ਵਿੱਚ ਇੱਕ ਰਾਜਸੀ ਸਾਜ਼ਿਸ਼ ਦਾ ਇੱਕ ਤਾਣਾ ਬਾਣਾ ਸਾਹਮਣੇ ਆਇਆ ਸੀਗਾ, ਜਿਹਦੇ ਵਿੱਚ ਇਹਦਾ ਮੁੱਖ ਦੋਸ਼ੀ ਦੇ ਬਿਆਨਾਂ ਦੇ ਉੱਤੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਸੀਗੇ ਨਰੇਸ਼ ਯਾਦਵ, ਉਹਨਾਂ ਨੂੰ ਇਹਦੇ ਵਿੱਚ ਕੀਤਾ ਗਿਆ ਸੀ FIR ਦੇ ਵਿੱਚ ਨਾਮਜ਼ਦ ਜੀ। ਔਰ ਉਦੋਂ ਹੀ ਇਹ ਕਾਫੀ ਜ਼ਿਆਦਾ ਮੁੱਦਾ ਉੱਠਿਆ ਸੀਗਾ ਕਿ ਸ਼ਾਇਦ ਉਦੋਂ ਆਮ ਆਦਮੀ ਪਾਰਟੀ ਦਾ ਉਭਾਰ ਆ ਰਿਹਾ ਆ ਪੰਜਾਬ ਦੇ ਵਿੱਚ, ਜਾਂ ਆਮ ਆਦਮੀ ਦੇ ਉਭਾਰ ਨੂੰ ਦਬਾਉਣ ਦੀ ਖਾਤਰ ਉਹਨਾਂ ਨੂੰ ਵਿੱਚ ਗਲਤ ਢੰਗ ਨਾਲ ਫਸਾਇਆ ਗਿਆ, ਨਾਮਜ਼ਦ ਕੀਤਾ ਗਿਆ। ਔਰ ਮੈਂ ਸਮਝਦਾ ਕਿ ਜਿਹੜਾ ਕਾਨੂੰਨ ਆਪਣਾ ਜਿਹੜਾ ਆ ਪੋਜ਼ਿਟਿਵ ਰੋਲ ਜ਼ਰੂਰ ਪਲੇ ਕਰਦਾ, ਭਾਵੇਂ ਉਹਨਾਂ ਦੇ ਅਗੇਂਸਟ FIR ਲੌਜ ਕਰ ਦਿੱਤੀ ਗਈ ਜਾਂ ਇਨਵੈਸਟੀਗੇਸ਼ਨ ਏਜੰਸੀਜ਼ ਵੱਲੋਂ ਉਹਨਾਂ ਨੂੰ ਨਹੀਂ ਇਨਸਾਫ ਦਿੱਤਾ ਗਿਆ। ਇਨਵੈਸਟੀਗੇਸ਼ਨ ਏਜੰਸੀ ਨੇ ਉਹਨਾਂ ਨੂੰ FIR ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ। ਜੇ ਇਨਵੈਸਟੀਗੇਸ਼ਨ ਏਜੰਸੀ ਉਦੋਂ ਹੀ ਤੱਥਾਂ ਨੂੰ ਚੰਗੀ ਤਰ੍ਹਾਂ ਘੋਖਦੀ, ਉਹ ਇੱਕ ਚੰਗੀ ਤਰ੍ਹਾਂ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ, ਚੰਗੀ ਤਰ੍ਹਾਂ ਸਾਰੇ ਹਾਲਾਤਾਂ ਨੂੰ, ਸਾਰੇ ਜਿਹੜੇ ਆ ਥਾਂ ਦੇ ਉੱਤੇ ਮੌਕੇ ਦੇ ਉੱਤੇ ਜਾ ਕੇ ਸਾਰੇ ਹਾਲਾਤਾਂ ਨੂੰ ਵਾਚਿਆ ਜਾਂਦਾ, ਤੇ ਸ਼ਾਇਦ ਇਨਸਾਫ ਉਦੋਂ ਹੀ ਦਿੱਤਾ ਜਾਂਦਾ, ਉਹਨਾਂ ਨੂੰ ਜਿਹੜਾ ਆ FIR ਦੇ ਵਿੱਚੋਂ ਡਿਸਚਾਰਜ ਕਰਵਾਇਆ ਜਾ ਸਕਦਾ ਸੀਗਾ। ਪਰ ਜਿੱਥੇ ਇੱਕ ਇਨਸਾਫ ਉਹਨਾਂ ਨੂੰ ਮਿਲ ਗਿਆ, ਪਰ ਜਿਹੜੀ ਇੱਕ ਉਹਨਾਂ ਨੇ ਤਰਾਸਦੀ ਝੇਲੀ 2016 ਤੋਂ ਲੈ ਕੇ 2021 ਚ 5 ਸਾਲ ਜੀ, ਉਹ ਕੋਈ ਵੀ ਉਹਨਾਂ ਨੂੰ ਕੰਪਨਸੇਟ ਨਹੀਂ ਕਰ ਸਕਦਾ ਜੀ। ਔਰ ਮੈਂ ਸਮਝਦਾ ਕਿ ਸਾਡੇ ਜਿਹੜੇ ਕਾਨੂੰਨ ਨੂੰ,
ਸਾਡੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੂੰ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਕਿ ਕਿਸੇ ਵੀ ਬੰਦੇ ਨੂੰ ਨਾਮਜ਼ਦ ਕਰਨ ਤੋਂ ਪਹਿਲਾਂ ਉਹਦੀ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਜੇ ਉਹਦੇ ਅਗੇਂਸਟ ਜਿਹੜੇ ਸਬੂਤ ਨਹੀਂ ਹੈਗੇ ਤੇ ਉਹਨੂੰ ਉੱਥੇ ਹੀ ਉਸ ਕੇਸ ਦੇ ਵਿੱਚੋਂ ਡਿਸਚਾਰਜ ਕਰ ਦੇਣਾ ਚਾਹੀਦਾ ਜਾਂ ਉਹਨੂੰ ਨਾਮਜ਼ਦ ਹੀ ਨਹੀਂ ਕਰਨਾ ਚਾਹੀਦਾ, ਤਾਂ ਜੋ ਉਹ ਇਕੱਲੇ ਉਸ ਇਨਸਾਨ ਨੇ ਤਰਾਸਦੀ ਨਹੀਂ ਚੱਲੀ 5 ਸਾਲ, ਉਹ ਜਿਹੜਾ ਮੈਂਟਲ ਟਾਰਚਰ ਆ ਉਹਦੇ ਨਾਲ ਜਿਹੜਾ ਵੀ ਸੰਬੰਧਿਤ ਸੀਗਾ, ਭਾਵੇਂ ਉਹਦਾ ਪਰਿਵਾਰ ਸੀਗਾ, ਭਾਵੇਂ ਉਹਦੇ ਦੋਸਤ ਸੀਗੇ, ਭਾਵੇਂ ਉਹਦੇ ਕਲੀਗ ਸੀਗੇ, ਉਹ ਜਿਹੜਾ ਮੈਂਟਲ ਟਾਰਚਰ ਹੈ ਹਰ ਇਨਸਾਨ ਨੂੰ ਝੱਲਣਾ ਪਿਆ। ਪਰ ਇਹਦੇ ਬਾਰੇ ਜ਼ਰੂਰ ਸੋਚਣ ਦੀ ਲੋੜ ਆ ਕਿ ਕੋਈ ਵੀ FIR ਲੌਂਚ ਕਰਨ ਤੋਂ ਪਹਿਲਾਂ, ਜਾਂ ਭਾਵੇਂ ਉਹ ਰਾਜਨੀਤਿਕ ਆ, ਭਾਵੇਂ ਉਹ ਆਰਥਿਕ ਆ, ਭਾਵੇਂ ਉਹ ਸਮਾਜਿਕ ਆ, ਕਿਸੇ ਤਰ੍ਹਾਂ ਉਹਨੂੰ ਪ੍ਰੋਪਰਲੀ ਤੱਥਾਂ ਨੂੰ ਘੋਖ ਲੈਣਾ ਚਾਹੀਦਾ, ਤੱਥਾਂ ਨੂੰ ਇਨਵੈਸਟੀਗੇਟ ਕਰ ਲੈਣਾ ਚਾਹੀਦਾ, ਔਰ ਇਨਵੈਸਟੀਗੇਸ਼ਨ ਪ੍ਰੋਪਰ ਹੋਣ ਤੋਂ ਬਿਨਾਂ ਔਰ ਇੱਕ ਚੰਗੇ ਸੂਝਵਾਨ ਇਨਵੈਸਟੀਗੇਸ਼ਨ ਅਫਸਰ ਦੇ ਹੱਥੋਂ ਹੀ ਉਹ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਬਜਾਏ ਇੱਕ ਹੇਸਟ ਦੇ ਵਿੱਚ ਕਿਸੇ ਨੂੰ ਫਸਾ ਦੇ ਕੇ ਅਰੈਸਟ ਕਰਕੇ ਜੇਲ੍ਹ ਭੇਜ ਦੇਣ ਨਾਲ ਉਸ ਤੋਂ ਬਾਅਦ ਜੋ ਉਹਨਾਂ ਦੇ ਦਾਗ ਆ ਉਹ ਤੇ ਸ਼ਾਇਦ ਅੱਜ ਧੋਤਾ ਗਿਆ, ਪਰ ਜੋ ਉਹਨਾਂ ਨੇ ਮੈਂਟਲ ਟਾਰਚਰ 5 ਸਾਲ ਝੱਲਿਆ ਉਹ ਕੋਈ ਵੀ ਕੰਪਨਸੇਟ ਨਹੀਂ ਕਰ ਸਕਦਾ। ਜੀ ਖਹਿਰਾ ਸਾਹਿਬ, ਅਗਲੀ ਖਬਰ ਵੱਲ ਨੂੰ ਰੁਖ ਕਰਦੇ ਹਾਂ, ਜਿੱਥੇ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਨੂੰ ਭਰੋਸੇ ਦੇ ਵੋਟ ਮਿਲੇ ਨੇ ਔਰ 178 ਵੋਟਾਂ ਦੇ ਨਾਲ ਉਹਨਾਂ ਨੂੰ ਵਧਾਈ ਦਾ ਪਾਤਰ ਮੰਨਿਆ ਜਾ ਰਿਹਾ। ਦੇਸ਼ਾਂ ਵਿਦੇਸ਼ਾਂ ਤੋਂ ਉਹਨਾਂ ਨੂੰ ਵਧਾਈਆਂ ਮਿਲ ਰਹੀਆਂ ਨੇ। ਸੋ ਇਸ ਖਬਰ ਪਿੱਛੇ ਤੁਸੀਂ ਕੀ ਸਮਝਦੇ ਹੋ? ਗੁਰਨੀਤ ਜੀ, ਇਹ ਜਿਹੜਾ ਵੋਟ ਆਫ ਕੌਨਫੀਡੈਂਸ ਜਿਹੜਾ ਜਾਂ ਨੋ ਕੌਨਫੀਡੈਂਸ ਮੋਸ਼ਨ ਜਿਹੜੀ ਆ ਇਮਰਾਨ ਖਾਨ ਹੁਣਾਂ ਦੇ ਖਿਲਾਫ ਇੱਕ ਉਠਾਈ ਗਈ ਸੀ, ਇਹ ਪਾਕਿਸਤਾਨ ਦੇ ਮਾਣਯੋਗ ਜਿਹੜੇ ਰਾਸ਼ਟਰਪਤੀ ਆ ਉਹਨਾਂ ਦੇ ਬਹਿਸ ਦੇ ਉੱਤੇ ਇਹ ਜਿਹੜੀ ਆ ਨੋ ਕੌਨਫੀਡੈਂਸ ਮੋਸ਼ਨ ਜਿਹੜੀ ਪਾਰਲੀਮੈਂਟ 'ਚ ਲਿਆਂਦੀ ਗਈ ਸੀ, ਔਰ ਪਾਕਿਸਤਾਨ ਦੇ ਇਤਿਹਾਸ 'ਚ ਸੈਕੰਡ ਟਾਈਮ ਹੋਇਆ ਕਿ ਕੋਈ ਵੀ ਪ੍ਰਧਾਨ ਮੰਤਰੀ ਜਿਹੜਾ ਆ ਉਹ ਖੁਦ ਆਪਣੇ ਤੌਰ ਦੇ ਉੱਤੇ ਆਪਣੇ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਲੈ ਕੇ ਉਹਦਾ ਸਾਹਮਣਾ ਕਰਨ ਲਈ ਪਾਰਲੀਮੈਂਟ 'ਚ ਨਿੱਤਰਿਆ। ਔਰ ਇਮਰਾਨ ਖਾਨ ਹੁਣਾਂ ਦੇ ਵਾਸਤੇ ਬੜੀ ਖੁਸ਼ਨਸੀਬੀ ਦੀ ਗੱਲ ਆ ਕਿ ਉਹ ਇਹ ਨੋ ਕੌਨਫੀਡੈਂਸ ਮੋਸ਼ਨ ਜਿਹੜੀ ਆ ਉਹ 178 ਵੋਟਾਂ ਹਾਸਲ ਕਰਕੇ ਤੇ ਜਿੱਤ ਕੇ ਤੇ ਦੁਬਾਰਾ ਆਪਣੀ ਸਰਕਾਰ ਨੂੰ ਬਚਾਉਣ 'ਚ ਕਾਮਯਾਬ ਹੋਏ ਆ, ਜਿੱਥੇ ਕਿ 172 ਵੋਟਾਂ ਚਾਹੀਦੀਆਂ ਸੀਗੀਆਂ ਉਹਨਾਂ ਨੂੰ ਆਪਣੀ ਸਰਕਾਰ ਬਚਾਉਣ ਲਈ, ਉਹਨਾਂ ਨੇ ਉਸ ਤੋਂ 6 ਵੋਟਾਂ ਵੱਧ 178 ਵੋਟਾਂ ਹਾਸਲ ਕਰਕੇ ਆਪਣੀ ਸਰਕਾਰ ਨੂੰ ਬਚਾਇਆ ਆ। ਔਰ ਉਹਦੇ ਵਿੱਚ ਜਿਹੜੀ ਸਮੁੱਚੀ ਜਿਹੜੀ ਵਿਰੋਧੀ ਧਿਰ ਸੀਗੀ ਉਹ ਉਸਨੇ ਉਸ ਜਿਹੜੀ ਨੋ ਕੌਨਫੀਡੈਂਸ ਮੋਸ਼ਨ ਦਾ ਬਾਈਕਾਟ ਕੀਤਾ, ਉਹਨੇ ਉਸ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਨਹੀਂ ਲਿਆ ਔਰ 178 ਵੋਟਾਂ ਲੈ ਕੇ ਜਿਹੜੇ ਇਮਰਾਨ ਖਾਨ ਨੇ ਉਹ ਆਪਣੀ ਸਰਕਾਰ ਨੂੰ ਬਚਾਉਣ ਲਈ ਵਿੱਚ ਕਾਮਯਾਬ ਹੋਏ ਨੇ। ਜੀ ਖਹਿਰਾ ਸਾਹਿਬ, ਪ੍ਰੋਗਰਾਮ ਵਿਚਲੀ ਜੋ ਆਖਰੀ ਖਬਰ ਜਿਸ ਉੱਤੇ ਗੱਲਬਾਤ ਕਰਨੀ ਜ਼ਰੂਰ ਬਣਦੀ ਆ, ਅਸੀਂ ਅਕਸਰ ਕਿਸਾਨੀ ਅੰਦੋਲਨ ਦੀ ਗੱਲਬਾਤ ਕਰਦੇ ਰਹੇ ਹਾਂ ਔਰ ਮੇਘਾਲਿਆ ਦੇ ਰਾਜਪਾਲ ਨੇ ਇਹ ਮੁੱਦਾ ਉਠਾਇਆ ਹੈ ਕਿ ਜੋ ਕਿਸਾਨੀ ਬਿੱਲ ਨੇ ਉਹ ਕਿਸਾਨਾਂ ਦੇ ਸਰਾਸਰ ਖਿਲਾਫ ਨੇ। ਗੁਰਨੀਤ ਜੀ, ਇਹ ਜਿਹੜਾ ਰੀਸੈਂਟ ਸਟੇਟਮੈਂਟ ਮੇਘਾਲਿਆ ਦੇ ਮਾਣਯੋਗ ਗਵਰਨਰ ਸ਼੍ਰੀ ਸਤਪਾਲ ਮਲਿਕ ਜੀ ਵੱਲੋਂ ਦਿੱਤੀ ਗਈ ਆ, ਉਹਨਾਂ ਨੇ ਇਹ ਕਿਹਾ ਕਿ ਜਿਹੜੀ ਇਹ ਖੇਤੀ ਕਾਨੂੰਨ ਨੇ ਇਹ ਬਿਲਕੁਲ ਗਲਤ ਨੇ, ਔਰ ਇਹ ਉਹਨਾਂ ਨੇ ਕੋਈ ਨਵੀਂ ਗੱਲ ਨਹੀਂ ਕੀਤੀ। ਇਹ ਸੁਪਰੀਮ ਕੋਰਟ ਨੇ ਵੀ ਇਸ ਗੱਲ ਨੂੰ ਅਸੈਪਟ ਕੀਤਾ ਕਿ ਕਾਫੀ ਜ਼ਿਆਦਾ ਗੈਪ ਇਹਨਾਂ ਕਾਨੂੰਨਾਂ ਦੇ ਵਿੱਚ ਹੈਗਾ, ਇਹਨਾਂ ਕਾਨੂੰਨਾਂ ਦੇ ਵਿੱਚ ਸੁਧਾਰ ਦੀ ਕਾਫੀ ਗੁੰਜਾਇਸ਼ ਆ। ਔਰ ਖੁਦ ਕੇਂਦਰ ਸਰਕਾਰ ਨੇ ਵੀ ਇਸ ਚੀਜ਼ ਨੂੰ ਮੰਨਿਆ ਜਦੋਂ ਕਿਸਾਨ ਆਗੂਆਂ ਦੇ ਨਾਲ ਉਹਨਾਂ ਨੇ ਮੀਟਿੰਗਾਂ ਕੀਤੀਆਂ। ਉਸ ਮੀਟਿੰਗ ਦੇ ਵਿੱਚ ਵੀ ਇਹ ਕਿਹਾ ਗਿਆ ਕਿ ਇਹਦੇ ਵਿੱਚ ਸੋਧਾਂ ਦੀ ਕਾਫੀ ਜ਼ਿਆਦਾ ਗੁੰਜਾਇਸ਼ ਹੈਗੀ ਆ। ਜੇ ਕਿਸਾਨ ਸਾਡੇ ਨਾਲ ਬਹਿ ਕੇ ਕਿਸੇ ਇੱਕ ਪਹੁੰਚਦੇ ਆ ਕਿਸੇ ਖਾਸ ਮੁੱਦੇ ਦੇ ਉੱਤੇ ਜਾਂ ਇੱਕ ਖਾਸ ਜਿਹੜੀ ਆ ਸਾਡੇ ਵਿੱਚ ਇੱਕ ਹੁੰਦੀ ਆ ਇੱਕ ਡਿਵੈਲਪਮੈਂਟ, ਤੇ ਆਪਾਂ ਉਹਨਾਂ ਦੇ ਵਿੱਚ ਉਹ ਸੋਧਾਂ ਕਰ ਸਕਦੇ ਹਾਂ। ਸੋਧਾਂ ਕਰਕੇ ਇਹ ਜਿਹੜੇ ਆ ਬਿੱਲ ਆ ਜਿਹੜੇ ਸ਼ਾਇਦ ਕਿਸਾਨੀ ਵਾਸਤੇ ਵੀ ਲਾਹੇਵੰਦ ਹੋਣ ਔਰ ਸਮੁੱਚੀ ਜਿਹੜੀ ਆ ਇਨਸਾਨੀਅਤ ਆ ਉਹਦੇ ਵਾਸਤੇ ਲਾਹੇਵੰਦ ਹੋਣ। ਔਰ ਇਹ ਤੇ ਸੈਂਟਰ ਸਰਕਾਰ ਹੀ ਮੰਨ ਚੁੱਕੀ ਆ ਕਿ ਜਿਹੜੀ ਹੋਣ ਵਾਲੀ ਫਾਰਮ ਆ, ਜਿਹੜੇ ਖੇਤੀ ਕਾਨੂੰਨ ਪਾਸ ਕੀਤੇ ਗਏ ਆ ਉਹ ਕਿਸਾਨੀ ਲਈ ਔਰ ਕਿਸਾਨਾਂ ਲਈ ਲਾਹੇਵੰਦ ਨਹੀਂ ਆ। ਇਹਨਾਂ ਵਿੱਚ ਸੋਧਾਂ ਦੀ ਗੁੰਜਾਇਸ਼ ਹੈਗੀ ਆ, ਔਰ ਉਹਨਾਂ ਸੋਧਾਂ ਦੀ ਗੁੰਜਾਇਸ਼ ਨੂੰ ਮੰਨਦੇ ਹੋਏ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾ ਦਿੱਤੀ ਗਈ ਮਾਹਿਰਾਂ ਦੀ ਕਿ ਉਹ ਉਹਨਾਂ ਕਾਨੂੰਨਾਂ ਨੂੰ ਸਟੱਡੀ ਕਰੂਗੀ। ਉਹਨਾਂ ਨੂੰ ਸਟੱਡੀ ਕਰਕੇ ਜਿੱਥੇ ਜਿੱਥੇ ਉਹਨਾਂ ਦੇ ਵਿੱਚ ਅਮੈਂਡਮੈਂਟ ਦੀ ਕੋਈ ਗੁੰਜਾਇਸ਼ ਹੈਗੀ ਆ ਉਹ ਅਮੈਂਡਮੈਂਟ ਕੀਤੀ ਜਾਊਗੀ। ਔਰ ਉਸੇ ਵਰਡਿਕਟ ਦੇ ਉੱਤੇ ਮਾਣਯੋਗ ਗਵਰਨਰ ਮੇਘਾਲਿਆ ਸ਼੍ਰੀ ਸਤਪਾਲ ਮਲਿਕ ਜੀ ਨੇ ਮੋਹਰ ਲਾਈ ਆ। ਔਰ ਸ਼ਾਇਦ ਮੇਰਾ ਖਿਆਲ ਕਿ ਕੇਂਦਰ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਤਾਂ ਜੋ ਇੱਕ ਇਨਸਾਫ ਮਿਲੇ ਅਤੇ ਜਿਹੜੀਆਂ ਵੀ ਕਿਸਾਨੀ ਧਿਰਾਂ ਆਪਣੇ ਰੋਸ ਧਰਨਿਆਂ ਦੇ ਉੱਤੇ ਬੈਠੀਆਂ ਜਾਂ ਸੰਘਰਸ਼ ਕਰ ਰਹੀਆਂ ਆ ਉਹ ਆਪਣੇ ਸੰਘਰਸ਼ ਨੂੰ ਖਤਮ ਕਰਕੇ ਤੇ ਵਾਪਸ ਘਰਾਂ ਨੂੰ ਮੁੜ ਪੈਣ। ਜੀ ਖਹਿਰਾ ਸਾਹਿਬ, ਬਹੁਤ ਬਹੁਤ ਧੰਨਵਾਦ। ਬੜੇ ਹੀ ਆਲਾ ਤਰੀਨ ਤਰੀਕੇ ਦੇ ਨਾਲ ਤੁਸੀਂ ਹਰੇਕ ਖਬਰ ਉੱਤੇ ਚਾਨਣਾ ਪਾਇਆ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਹਫਤੇ ਫੇਰ ਦੇਸ਼ ਦੁਨੀਆ ਦੀ ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਹਾਡੇ ਰੂਬਰੂ ਹੋਈਏ ਤੇ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਦੀ ਸਮੀਖਿਆ ਵੀ ਕਰੀਏ। ਬਹੁਤ ਬਹੁਤ ਸ਼ੁਕਰੀਆ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਜ਼ਰੂਰ ਕੀਤਾ ਹੋਣਾ। ਤੁਸੀਂ ਦੇਖਦੇ ਰਹੋ ਤੇ TV NRI। ਮੈਨੂੰ ਯਾਨੀ ਗੁਰਨੀਤ ਤੋਂ ਦਿਓ ਇਜਾਜ਼ਤ।